इंदे दे फड़े जाण ते मैं घर तां गया पर बहुत डरिया होया। ਕੰਮ ਤਾਂ ਮੈਂ ਕਦੋਂ ਦਾ ਛੱਡ ਦਿੱਤਾ ਸੀ। ਹੁਣ ਹੋਸਟਲ 'ਚ ਰਹਿ ਕੇ ਤੇ ਸਮਾਨ ਲਾ ਕੇ ਸਰ ਰਿਹਾ ਸੀ ਮੇਰਾ। ਤੇ ਘਰ ਮੈਂ ਸਾਰਾ ਦਿਨ ਡਰੇ ਨੇ ਰਹਿਣਾ ਕਿ ਹੁਣ ਪੁਲਿਸ ਆਊ ਜਾਂ ਹੁਣ ਆਊ। ਪਰ ਘਰ ਆ ਕੇ ਮੈਂ ਇੱਕ ਗੱਲ ਤੇ ਬਹੁਤ ਹੈਰਾਨ ਸੀ ਕਿ ਆਮ ਤੌਰ ਤੇ ਮੈਂ ਜਦੋਂ ਇੰਦੇ ਨੂੰ ਦੇਖਦਾ ਸੀ, ਜਿਸ ਦਿਨ ਸਮਾਨ ਨਾ ਮਿਲੇ ਉਹ ਤੜਫਣ ਲੱਗ ਜਾਂਦਾ ਸੀ। ਪਰ ਮੈਨੂੰ ਘਰ ਆ ਕੇ ਹਫ਼ਤਾ ਰਹਿੰਦੇ ਨੂੰ ਹੋ ਗਿਆ ਸੀ। ਕੋਈ ਤੜਫਣ ਜਾਂ ਤੋੜ ਨਹੀਂ ਸੀ। ਹਾਂ, ਬਸ ਕੂਲ ਲਿਪ ਤੇ ਪੱਕਾ ਹੋ ਗਿਆ ਸੀ। ਇਸ ਦਾ ਮੈਨੂੰ ਅਜੇ ਤੱਕ ਇੱਕ ਹੀ ਕਾਰਨ ਲੱਗਦਾ ਹੈ ਕਿ ਇਹ ਨਸ਼ਾ ਬਹੁਤ ਜ਼ਿਆਦਾ ਸਸਤਾ ਸੀ ਤੇ ਉਸ ਟਾਈਮ ਪੰਜਾਬ ਦੇ ਹਰ 10ਵੇਂ ਨੌਜਵਾਨ ਨੂੰ ਇਹਦੀ ਆਦਤ ਸੀ। ਮਾਂ ਮੇਰੀ ਨੇ ਕਦੇ ਨਹੀਂ ਪੁੱਛਿਆ ਕਿ ਕੰਮ ਕਿਉਂ ਛੱਡਿਆ ਜਾਂ ਖਰਚਾ ਕਿਵੇਂ ਚੱਲਦਾ ਹੈ। ਉਹ ਬਸ ਇੰਨੇ 'ਚ ਹੀ ਖੁਸ਼ ਸੀ ਕਿ ਮੁੰਡਾ ਕਾਲਜ ਪੜ੍ਹ ਰਿਹਾ ਹੈ। ਬਾਪ ਅੱਜ ਕੱਲ੍ਹ ਭੁੱਕੀ ਛੱਡ ਕੇ ਸ਼ਰਾਬ ਵੇਚਣ ਲੱਗ ਪਿਆ ਸੀ। ਹੁਣ ਉਸ ਨੂੰ ਸਾਰੇ ਤਸਕਰ ਕਹਿੰਦੇ। ਕੁਝ ਉਸ ਦਾ ਝਾਕਾ ਤਾਂ ਬਹੁਤ ਪਹਿਲਾਂ ਹੀ ਖੁੱਲ੍ਹ ਗਿਆ ਸੀ। ਰੋਜ਼ ਘਰੇ ਲੋਕਾਂ ਦੇ ਲੈਣ ਆਉਣ ਕਰਕੇ ਸਾਡਾ ਵੀ ਝਾਕਾ ਖੁੱਲ੍ਹਦਾ ਗਿਆ। ਮੇਰੀ ਮਾਂ ਨੂੰ ਵੀ ਇਹ ਭੁੱਕੀ ਜਾਂ ਸ਼ਰਾਬ ਹੁਣ ਆਮ ਹੀ ਲੱਗਦੀ ਸੀ। ਉਹ ਵੀ ਗਰੀਬ ਸੀ, ਬਸ ਚੁੱਪ ਕਰ ਜਾਂਦੀ ਸੀ। ਪਰ ਬਾਰ-ਬਾਰ ਇਹ ਜ਼ਰੂਰ ਕਹਿੰਦੀ ਸੀ ਕਿ ਜੋ ਕਰ ਰਹੇ ਹੋ ਤੁਸੀਂ, ਉਹ ਜਿਨ੍ਹਾਂ ਲਈ ਕਰ ਰਹੇ ਹੋ ਉਹਨਾਂ ਨੂੰ ਹੀ ਭੁਗਤਣਾ ਪੈਣਾ। ਮੈਂ ਮਨ 'ਚ ਸੋਚਾਂ ਕਿ ਭੁਗਤ ਤਾਂ ਮਾਤਾ ਆਲਰੇਡੀ ਤੁਹਾਡੇ ਸੰਨ ਹੋਣੀ ਰਹੇ ਆ। ਬਸ ਹੁਣ ਤੁਹਾਨੂੰ ਕੀ ਪਤਾ ਵੀ ਕਦੇ-ਕਦੇ ਮੇਰੇ ਬੁੱਲ ਤੁਹਾਨੂੰ ਉੱਚੇ ਜਿਹੇ ਕਿਉਂ ਲੱਗਦੇ ਆ। ਕਿਉਂ ਤੁਸੀਂ ਕਹਿੰਦੇ ਹੋ ਵੀ ਦੰਦ ਕਾਹਤੋਂ ਨਹੀਂ ਕੱਢਦਾ, ਹੱਸਦਾ ਕਿਉਂ ਨਹੀਂ। ਸਭ ਕਰ ਕਰਾ ਕੇ ਪਿੰਡ ਆਇਆ ਮੁੰਡਾ ਤੁਹਾਡਾ ਇਸ ਵਾਰ। ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਭੁਗਤਣਾ ਨਹੀਂ ਹੁੰਦਾ, ਭੁਗਤਣਾ ਕੁਝ ਹੋਰ ਹੁੰਦਾ ਹੈ। ਕੁਝ ਹੋਰ ਹੀ ਮੇਰੀ ਉਡੀਕ ਕਰ ਰਿਹਾ ਸੀ। ਬਸ ਫੇਰ ਕੀ ਸੀ, ਇੱਕ ਦਿਨ ਯਾਦ ਆਇਆ ਕਿ ਕਾਲਜ ਜਾਵਾਂ, ਬੋਲੀਆਂ ਹੀ ਦੁਬਾਰਾ ਪਾ ਲੈਣਾ ਚੁੱਪ ਕਰਕੇ, ਕਿਉਂਕਿ ਮਨ 'ਚ ਤੜਪ ਉੱਠੀ ਕਿ ਇਹ ਸ਼ਹਿਰ ਹੀ ਬਹੁਤ ਮਾੜਾ ਹੈ। ਸਾਲੇ ਨੇ ਸਭ ਖਰਾਬ ਕਰਤਾ। ਬਸ ਜਾਂਦੇ ਜਾਂਦੇ ਇਹਨੂੰ ਕੁਝ ਕਰਕੇ ਦਿਖਾ ਕੇ ਜਾਣਾ। ਕਾਲਜ ਗਿਆ ਸਿੱਧਾ ਆਡੀਟੋਰੀਅਮ ਜਾ ਕੇ ਕੋਚ ਦੇ ਪੈਰਾਂ ਤੇ ਸਿਰ ਰੱਖ ਕੇ ਕਿਹਾ, ਮੈਨੂੰ ਇੱਕ ਮੌਕਾ ਦਿਓ, ਬਸ ਇੱਕ ਵਾਰੀ ਹੋਰ। ਪਹਿਲਾਂ ਵੀ ਤੁਸੀਂ ਹੀ ਸਾਂਭਿਆ ਸੀ, ਇਸ ਵਾਰ ਵੀ ਸਾਂਭੋ। ਸਾਡਾ ਕੋਚ ਹੈ ਹੀ ਰੱਬ ਰੂਪ ਸੀ। ਬਸ ਮੇਰੀ ਮਾਂ ਤੋਂ ਬਾਅਦ ਜੇ ਕਿਸੇ ਬੰਦੇ ਨੂੰ ਮੈਂ ਇੰਨਾ ਭੋਲਾ ਮੰਨਦਾ ਸੀ ਤਾਂ ਉਹ ਉਸ ਸਮੇਂ ਕੋਚ ਹੀ ਸੀ। ਉਸਨੇ ਕਿਹਾ ਕਿ ਚੱਲ ਠੀਕ ਹੈ, ਕੱਲ੍ਹ ਤੋਂ ਆ ਜੀ। ਫਿਰ ਮੈਂ ਕਿਹਾ ਕਿ ਇੱਕ ਮੇਰੇ ਤੇ ਕਿਰਪਾ ਹੋਰ ਕਰ ਦਿਓ। ਮੇਰੇ ਕੋਲ ਰਹਿਣ ਨੂੰ ਜਗ੍ਹਾ ਨਹੀਂ। 1 ਸਾਲ ਭੰਗੜੇ ਨਾਲ ਬੋਲੀਆਂ 'ਚ ਜਿੱਤੇ ਹੋਣ ਕਰਕੇ ਕਮਰਾ ਖਿਲਾ ਦਿਓ ਹੋਸਟਲ। ਉਹਨੇ ਤਾਂ ਮੰਨ ਲਿਆ, ਪਰ ਪ੍ਰਿੰਸੀਪਲ ਨਾ ਮੰਨੇ। ਇਹ ਪ੍ਰਧਾਨ ਬਣਦਾ ਆਪਣੇ ਆਪ ਨੂੰ ਹੋਸਟਲ ਦਾ। ਹੁਣ ਲੈ ਲਵੇ ਆਪ ਕਮਰਾ। ਫਿਰ ਕੀ ਸੀ, ਹੱਥ ਜੋੜ ਕੇ ਰੋ ਪਿਆ ਤੇ ਕਿਹਾ, ਜੀ ਬਸ ਬੇਨਤੀ ਹੀ ਆ, ਮਾਫ਼ ਕਰ ਦਿਓ। ਇੰਦਾ ਮੇਰੀ ਜ਼ਿੰਦਗੀ 'ਚ ਹੁਣ ਬਹੁਤ ਦੂਰ ਚਲਾ ਗਿਆ ਸੀ। ਹੁਣ ਉਹ ਕਾਲਜ ਨਹੀਂ ਸੀ ਆਉਂਦਾ ਤੇ ਮੈਂ ਹੋਸਟਲ ਹੀ ਰਹਿੰਦਾ ਸੀ। ਕਿਸੇ ਯਾਰ ਦੋਸਤ ਦੀ ਕਮੀ ਖਲਦੀ ਸੀ ਬਹੁਤ, ਕਿਉਂਕਿ ਹੁਣ ਪਹਿਲਾਂ ਵਾਂਗੂ ਇਕੱਲੇ ਰਹਿਣ ਦੀ ਆਦਤ ਨਹੀਂ ਸੀ ਰਹੀ। ਤਾਂ ਇੱਕ ਦਿਨ ਹੋਸਟਲ 'ਚ ਮੇਰਾ ਇੱਕ ਰੂਮਮੇਟ ਆਇਆ, ਟਾਈਗਰ। ਇਹ ਵੈਲੀ ਫਿਰੋਜ਼ਪੁਰ ਦਾ ਸੀ। ਬੜਾ ਹੀ ਘੈਂਟ ਬੰਦਾ, ਮਾੜੇ ਜਿਹੇ ਸਰੀਰ ਦਾ, ਪਰ ਇਦਾਂ ਰੋਹ ਮਾਰਿਆ ਕਰੇ ਸਭ ਤੇ ਜਿਵੇਂ ਇਹ ਸੱਚੀ ਟਾਈਗਰ ਹੁੰਦਾ। ਪਤਾ ਨਹੀਂ ਟਾਈਗਰ ਵਿੱਚ ਕੀ ਸੀ, ਉਹਨੇ ਪਹਿਲੇ ਦਿਨੋਂ ਹੀ ਮੇਰਾ ਦਿਲ ਜਿੱਤ ਲਿਆ ਸੀ। ਸਾਲਾ ਥੋੜ੍ਹੇ ਕੁ ਦਿਨਾਂ ਵਿੱਚ ਤਾਂ ਇਦਾਂ ਲੱਗਣ ਲੱਗ ਗਿਆ ਸੀ ਕਿ ਜਿਵੇਂ ਕੋਈ ਤੀਵੀਂ ਮਿਲ ਗਈ ਹੋਵੇ। ਮੈਂ ਵਿਆਹਿਆ ਗਿਆ ਹੋਵਾਂ। ਉਹਨੇ ਮੇਰੀ ਰੋਟੀ ਦਾ ਖਿਆਲ ਰੱਖਣਾ। ਜਿਹੜਾ ਔਖਾ ਮੈਨੂੰ ਹੋਇਆ ਕਰੇ, ਕੰਨ ਤੇ ਉਹਨੇ ਮਾਰਨਾ। ਪਰ ਇਹ ਇੰਦੇ ਤੋਂ ਬਿਲਕੁਲ ਉਲਟ ਸੀ। ਇਹਨੇ ਸਮਾਨ ਤਾਂ ਕਿ ਦਾਰੂ ਵੀ ਕਦੇ ਹੱਥ ਨਹੀਂ ਸੀ ਲਾਈ, ਪਰ ਫਿਰ ਵੀ ਲੋਰ 'ਚ ਰਹਿੰਦਾ ਸੀ। ਐਨਰਜੈਟਿਕ ਜਿਹਾ ਸੀ। ਕੇਰਾ ਮੇਰੇ ਨਾਲ ਔਖਾ ਹੋਇਆ ਤੇ ਕਹਿੰਦਾ, ਵੀਰੇ ਗੱਲ ਸੁਣ ਲੈ, ਤੂੰ ਹੈ ਹੀ ਮੈਥੋਂ ਵੱਡਾ ਤਾਂ ਛੱਡੀ ਜਾਨਾ, ਨਹੀਂ ਅਸੀਂ ਦੈੜ ਪਾਉਂਦੇ ਆ ਬਹੁਤ। ਮੈਂ ਕਿਹਾ ਹੋਇਆ ਕੀ? ਕਹਿੰਦਾ ਇੰਨਾ ਸੋਹਣਾ ਗਾਉਂਦਾ, ਕਿਤਾਬਾਂ ਵੀ ਪੜ੍ਹਦਾ, ਇਹ ਸੀਨੀਅਰ ਆ, ਭੰਗੜੇ ਵਾਲੇ ਇੱਜ਼ਤ ਵੀ ਬਹੁਤ ਕਰਦੇ ਆ। ਨਸ਼ੇ ਪੱਤੇ ਜੇ ਛੱਡ ਦੇ, ਮਾੜੀ ਗੱਲ ਆ ਤੇਰੇ ਲਈ। ਇਹਨੂੰ ਵਿਚਾਰੇ ਨੂੰ ਕੌਣ ਦੱਸੇ ਵੀ ਇਹ ਕੂਲ ਲਿਪ ਤਾਂ ਕੁਝ ਵੀ ਨਸ਼ਾ ਨਹੀਂ, ਇਹਦੇ ਯਾਰ ਨੇ ਕਿੱਡੀਆਂ ਮੱਲਾਂ ਮਾਰੀਆਂ ਸੀ। ਫਿਰ ਇੱਕ ਦਿਨ ਮੈਨੂੰ ਇਹਨੇ ਕਿਹਾ, ਮੇਰਾ ਪਹਿਲਾਂ ਹੀ ਦਿਮਾਗ ਘੁੰਮਿਆ ਹੋਇਆ ਸੀ ਕਿਸੇ ਗੱਲੋਂ। ਮੈਂ ਇਹਨੂੰ ਕਹਿਤਾ, ਯਾਰ ਦੋਸਤ ਬਣ ਕੇ ਰਹਿ, ਪਿਓ ਨਾ ਬਣ। ਤੂੰ ਆਪਣੀ ਜ਼ਿੰਦਗੀ ਜੀ, ਮੈਂ ਆਪਣੀ ਜਿਉਣਾ। ਕਿਤੇ ਨਹੀਂ ਕੈਂਸਰ ਨਾਲ ਮਰਦਾ। ਬਸ ਉਹ ਦਿਨ ਤੋਂ ਬਾਅਦ ਉਹਨੇ ਕਦੇ ਨਹੀਂ ਰੁਕਿਆ। ਪਰ ਮੇਰੇ ਦਿਮਾਗ 'ਚ ਗੱਲ ਸੀ ਕਿ ਮੈਂ ਜ਼ਿਆਦਾ ਬੋਲ ਗਿਆ। ਫਿਰ ਇੱਕ ਦਿਨ ਪੀਤੀ 'ਚ ਉਹਦੇ ਅੱਗੇ ਰੋ ਪਿਆ ਕਿ ਸੌਰੀ ਯਾਰਾ, ਪਰ ਕੀ ਕਰਾਂ, ਮੈਂ ਆਪ ਛੱਡਣਾ ਚਾਹੁੰਦਾ, ਇਹ ਕੋਡ ਛੁੱਟਦਾ ਹੀ ਨਹੀਂ। ਸਾਲਾ ਵੱਡਾ ਡਰਾਮਾ ਇਹ ਹੋਇਆ, ਉਹ ਵੀ ਰੋਣ ਲੱਗ ਪਿਆ। ਟਾਈਗਰ ਸਾਲਾ ਬਣਦਾ ਉਂਝ ਦਾਰਾ ਸਿੰਘ ਸੀ, ਪਰ ਮੈਨੂੰ ਰੋਂਦਾ ਨਹੀਂ ਸੀ ਚੜ੍ਹਦਾ। ਨਾਲ ਹੀ ਜੱਫੀ ਪਾ ਕੇ ਰੋਣ ਲੱਗ ਪਿਆ। ਕਹਿੰਦਾ ਕੋਈ ਨਾ ਬਾਈ, ਅੱਜ ਸੌਂ ਜਾ, ਹਫ਼ਤੇ ਕੁ ਨੂੰ ਤੇਰੇ ਭੰਗੜੇ ਨੇ, ਤੂੰ ਉਹਦੇ 'ਤੇ ਧਿਆਨ ਦੇ। ਮੈਂ ਸੌਂ ਗਿਆ। ਭੰਗੜੇ ਤੋਂ 2 ਦਿਨ ਪਹਿਲਾਂ ਸਾਨੂੰ ਗਿੱਧਾ ਦਿਖਾਇਆ ਗਿਆ ਰਿਹਰਸਲ ਦੇ ਤੌਰ 'ਤੇ। ਉਹਦੇ 'ਚੋਂ ਇੱਕ ਕੁੜੀ ਬਿਲਕੁਲ ਉਹਦੇ ਵਰਗੀ, ਜਿਹਨੂੰ ਕਿੰਨੇ ਸਾਲਾਂ ਤੋਂ ਦਿਲ 'ਤੇ ਲਾਈ ਬੈਠਾ ਸੀ, ਜਿਹੜੀ ਮੈਂ 12ਵੀਂ 'ਚ ਆਪ ਛੱਡੀ ਸੀ। ਪਰ ਇਹ ਉਹ ਨਹੀਂ ਸੀ, ਇਹ ਕੋਈ ਹੋਰ ਸੀ। ਜਦੋਂ ਨਾਮ ਪਤਾ ਕੀਤਾ ਤਾਂ ਚਾਅ ਦੁੱਗਣਾ ਹੋ ਗਿਆ। ਨਾਮ ਸੀ ਖੁਸ਼ਮੀਤ ਕੌਰ। ਪੁੱਜ ਕੇ ਸੋਹਣੀ, ਜਦੋਂ ਗਿੱਧੇ 'ਚ ਲੱਕ ਮਾਰੇ ਮੇਰੀ ਧੜਕਣ ਤੇਜ਼ ਕਰ ਦਿਆ ਕਰੇ। ਬਸ ਉਸ ਪੂਰਾ ਦਿਨ ਕੁੜੀ ਬਾਰੇ ਹੀ ਸੋਚਿਆ। ਫਿਰ ਭੰਗੜੇ ਤੋਂ ਇੱਕ ਦਿਨ ਪਹਿਲਾਂ ਤਾਂ ਕੁੜੀ ਕੀ, ਮੌਤ ਵੀ ਆ ਜੇ ਉਹਨੂੰ ਵੀ ਪੌਜ਼ 'ਤੇ ਰੱਖ ਦਿੰਦੇ ਸੀ ਵੀ ਪਰਸੋਂ ਗੱਲ ਕਰਦੇ ਆਂ, ਕੱਲ੍ਹ ਬਹੁਤ ਵੱਡਾ ਕੰਮ ਕਰਨਾ ਹੈ। ਇੱਕ ਉਸ ਸਾਲ ਮੇਰੀ ਬਹੁਤ ਮਿਹਨਤ ਕੀਤੀ ਹੋਈ ਸੀ ਤੇ ਜਦ ਮੈਂ ਸਟੇਜ ਤੇ ਚੜ੍ਹਿਆ ਤੇ ਬੋਲੀਆਂ ਪਾਈਆਂ, ਲੋਕ ਇੱਕ ਵਾਰ ਫੇਰ ਖੜੇ ਹੋਏ, ਟੀਮ ਫੇਰ ਜਿੱਤੀ, ਮੈਨੂੰ ਫੇਰ ਮੋਢਿਆਂ ਤੇ ਚੁੱਕਿਆ। ਕੋਚ ਅੱਜ ਵੀ ਖੁਸ਼ ਸੀ।
ਬਸ ਮੈਂ ਇੱਕ ਹੀ ਗੱਲ ਬਾਰ-ਬਾਰ ਸੋਚ ਰਿਹਾ ਸੀ ਕਿ ਮੈਂ ਇਹਨਾਂ ਚੀਜ਼ਾਂ ਨੂੰ ਛੱਡ ਕਿਉਂ ਦਿੱਤਾ ਸੀ। ਕਿੰਨਾ ਸਵਾਦ ਸੀ ਇਹ ਸਭ 'ਚ, ਕਿੰਨਾ ਪਿਆਰ ਸਤਿਕਾਰ ਸੀ ਭੰਗੜੇ 'ਚ। ਮੈਂ ਕਿਹੜੇ ਪੁੱਠੇ ਕੰਮਾਂ 'ਚ ਪਿਆ ਰਿਹਾ ਪੂਰਾ 1.5 ਸਾਲ। ਫਿਰ ਦੂਜੀ ਗੱਲ ਇਹ ਦਿਲ 'ਚ ਵੀ ਉਹ ਕੁੜੀ ਨੇ ਮੈਨੂੰ ਗਾਉਂਦੇ ਦੇਖ ਲਿਆ ਹੋਵੇ, ਰੱਬਾ ਸ਼ਾਇਦ ਮੈਨੂੰ ਯਾਦ ਰੱਖ ਲਵੇ। ਫਿਰ ਉਸ ਦਿਨ ਜਦੋਂ ਅਸੀਂ ਵਾਪਸ ਆਏ, ਮੈਂ ਆ ਕੇ ਟਾਈਗਰ ਨੂੰ ਕਿਹਾ, ਬਾਈ ਹੋ ਗਏ ਭੰਗੜੇ, ਜਿੱਤ ਵੀ ਗਏ। ਮੈਂ ਕਿਹਾ ਸੀ ਨਾ ਮੈਂ ਸੁਧਰਨਾ ਚਾਹੁੰਦਾ, ਬਸ ਹੁਣ ਮੈਨੂੰ ਸੁਧਾਰਨ ਵਾਲੀ ਆ ਗਈ ਆ। ਕਹਿੰਦਾ ਕੌਣ ਬਾਈ? ਮੈਂ ਉਹਨੂੰ ਦੱਸਿਆ ਗਿੱਧੇ ਵਾਲੀ ਖੁਸ਼। ਉਹ ਕਹਿੰਦਾ ਨਾ ਬਾਈ, ਉਹ ਨਹੀਂ ਫਸਦੀ, ਬਹੁਤ ਸਾਊ ਆ, ਖਿਆਲ 'ਚ ਵੀ ਨਾ ਸੋਚੀ। ਮੈਂ ਉਹਨੂੰ ਕਿਹਾ ਮੈਨੂੰ ਬੱਬੂ ਕਹਿੰਦੇ ਆ, ਜ਼ਿੰਦਗੀ ਮੈਂ ਜਿਹੋ ਜਿਹੀ ਸੋਚ ਲੈਣਾ ਉੱਦਾਂ ਦੀ ਹੀ ਜੀ ਕੇ ਦਿਖਾਉਣਾ, ਤੇ ਇਹ ਕੁੜੀ 6 ਮਹੀਨਿਆਂ ਵਿੱਚ ਮੇਰੀ ਹੋਊ, ਯਾਦ ਰੱਖੀ। ਕਹਿੰਦਾ ਠੀਕ ਆ, ਸ਼ਰਤ ਰਹੀ। ਪਤਾ ਹੀ ਨਹੀਂ ਸੀ ਉਸ ਟਾਈਮ ਵੀ ਇਹ ਕੁੜੀ ਹੁਣ ਪਿਆਰ ਆ ਕਿ ਸ਼ਰਤ। ਬਸ ਜੋ ਵੀ ਸੀ ਅਗਲੇ ਦਿਨ ਤੋਂ ਉਹੀ ਸੀ ਸਭ ਕੁਝ। ਅਗਲੇ ਦਿਨ ਮੈਂ ਹੌਸਲਾ ਕਰਕੇ ਉਹਨੂੰ ਮੈਸੇਜ ਕੀਤਾ ਇੰਸਟਾ 'ਤੇ। ਉਹਦਾ ਰਿਪਲਾਈ ਆਇਆ ਕੋਂਗੋ, ਯਾਨੀ ਕਿ ਵਧਾਈਆਂ ਵੀ ਸਾਡੀ ਟੀਮ ਜਿੱਤ ਗਈ ਸੀ। ਮੈਂ ਕਿਹਾ ਕਿ ਤੁਸੀਂ ਮੇਰੀਆਂ ਬੋਲੀਆਂ ਸੁਣੀਆਂ? ਉਹਨੇ ਹਾਸੇ ਵਾਲੇ ਇਮੋਜੀ ਭੇਜਤੇ। ਮੈਂ ਕਿਹਾ ਕੀ ਹੋਇਆ? ਕਹਿੰਦੀ ਉਹੀ ਤਾਂ ਸੁਣੀ ਗਈ। ਮੈਂ ਲਾ ਲਿਆ ਹਿਸਾਬ ਵੀ ਬਣ ਜੂ ਗੱਲ। ਫਿਰ ਮੈਂ ਉਹਨੂੰ ਅਗਲੇ ਦਿਨ ਕਿਹਾ ਦੋਸਤ ਬਣਦੇ ਆ। ਕਹਿੰਦੀ ਠੀਕ ਆ, ਪਰ ਸਿਰਫ ਦੋਸਤ ਰਹਾਂਗੇ। ਮੈਂ ਕਿਹਾ ਜੀ ਠੀਕ ਆ। ਦਿਲ 'ਚ ਸੋਚਿਆ ਬੀਬਾ ਦੋਸਤ ਤਾਂ ਮੁੰਡੇ ਹੁੰਦੇ ਆ, ਕੁੜੀਆਂ ਤਾਂ ਸਹੇਲੀਆਂ ਹੀ ਹੁੰਦੀਆਂ। ਕੋਈ ਨਾ ਕਰਦੇ ਆ ਕੋਈ ਹੀਲਾ। ਫੇਰ ਕਿਸੇ ਰੋਜ਼ ਗੱਲਾਂ ਕਰਿਆ ਕਰਦੇ, ਸਾਰਾ ਦਿਨ ਲੱਗੇ ਰਹਿਣਾ। ਟਾਈਗਰ ਦੇਖ ਹੈਰਾਨ ਵੀ ਬਾਈ ਕਰਦਾ ਕੀ ਰਹਿੰਦਾ। ਮੈਂ ਕਿਹਾ ਵੀ ਤੂੰ ਤਾਂ ਪੁੱਤ ਸ਼ਰਤ ਹਾਰਿਆ ਬੈਠਾ, ਆਪਣਾ ਹਿਸਾਬ ਜਿਹਾ ਲਾ ਲੈ। ਉਹਨੇ ਕਹਿਣਾ ਤੂੰ ਪੁੱਤ ਹਾਰੇਂਗਾ, ਸ਼ਰਤ ਮੈਥੋਂ ਲਵਾ ਲੈ। ਜਿਸ ਦਿਨ ਉਹਨੂੰ ਪਤਾ ਲੱਗਿਆ ਕਿ ਕਦੇ ਤੁਹਾਡੇ ਬੁੱਲ ਕਿਉਂ ਉੱਤੇ ਹੁੰਦੇ ਆ, ਕੂਲ ਲਿਪ ਦੇ ਬਾਦਸ਼ਾਹ ਜੀ, ਮੇਰੇ ਦਿਲ 'ਚ ਇਹ ਗੱਲ ਬੈਠ ਗਈ ਕਿ ਉਸ ਨੂੰ ਜਿਸ ਦਿਨ ਪਤਾ ਲੱਗਿਆ ਕਿ ਮੈਂ ਇਹ ਨਸ਼ਾ ਕਰਦਾ ਜਾਂ ਦੂਜਾ ਝੂਠ ਮੈਂ ਉਹਨੂੰ ਬੋਲਿਆ ਸੀ ਕਿ ਅੱਜ ਤੱਕ ਹੋਰ ਕਿਸੇ ਕੁੜੀ ਵੱਲ ਦੇਖਿਆ ਤੱਕ ਨਹੀਂ, ਬਸ ਉਹੀ ਪਸੰਦ ਆਈ ਆ, ਜਦ ਕਿ ਉਦੋਂ ਤੱਕ 20-25 ਸਹੇਲੀਆਂ ਰਹੀਆਂ ਸੀ ਮੇਰੀਆਂ। ਫਿਰ ਮੈਂ ਇੱਕ ਦਿਨ ਪੀਤੀ 'ਚ ਪਤਾ ਨਹੀਂ ਇੰਨਾ ਸਿਆਣਾ ਕਿਉਂ ਬਣ ਗਿਆ ਕਿ ਉਹਨੂੰ ਸਭ ਸੱਚ ਦੱਸ ਦਿੱਤਾ, ਕੂਲ ਲਿਪ ਤੋਂ ਲੈ ਕੇ ਸਹੇਲੀਆਂ ਤੱਕ ਦਾ। ਉਹਨੇ ਮੈਨੂੰ ਅਗਲੇ ਦਿਨ ਇਕੱਲੇ ਨੂੰ ਬੁਲਾਇਆ। ਮੈਂ ਕੋਲ ਗਿਆ। ਮੈਨੂੰ ਲੱਗਿਆ ਗੁੱਸੇ ਹੋਊ, ਪਰ ਇਹ ਸਾਲਾ ਕੁਝ ਅਲੱਗ ਹੀ ਹੋ ਗਿਆ ਸੀ। ਉਹ ਰੋਣ ਲੱਗ ਪਈ। ਮੈਨੂੰ ਕਹਿੰਦੀ ਸੱਚੀ ਮੇਰਾ ਇੰਨਾ ਕਰਦਾ ਹੈ? ਮੈਂ ਕਿਹਾ ਮੈਂ ਕੀ ਕੀਤਾ? ਤੇ ਉਹ ਕਹਿੰਦੀ ਮਤਲਬ ਰਾਤ ਦਾ ਸਭ ਭੁੱਲ ਗਿਆ। ਮੈਂ ਕਿਹਾ ਨਹੀਂ, ਸਭ ਯਾਦ ਆ। ਕਹਿੰਦੀ ਸੱਚੀ ਇੰਨਾ ਯਕੀਨ ਕਰਦੇ ਹੋ ਮੇਰੇ ਤੇ ਕਿ ਸਭ ਸੱਚ ਦੱਸਤਾ? ਆਹ ਗੱਲ ਜਦੋਂ ਉਹਨੇ ਕਹੀ ਤਾਂ ਜਿੰਦ ਹੱਥ 'ਚ ਹੀ ਆ ਗਈ। ਮੈਥੋਂ ਹਾਂ ਕਹਿ ਹੋ ਗਿਆ, ਉਹਨੇ ਵੀ ਹਾਂ ਕਹਿ ਦਿੱਤੀ। ਭੱਜਿਆ ਮੈਂ ਟਾਈਗਰ ਕੋਲ ਗਿਆ ਤੇ ਦੇਖਿਆ ਟਾਈਗਰ ਵੀ ਇੱਕ ਕੁੜੀ ਨਾਲ ਬੈਠਾ। ਮੈਂ ਕਿਹਾ ਕਰਤੀ ਉਹਨੇ ਹਾਂ, ਸ਼ਰਤ ਜਿੱਤ ਗਿਆ ਮੈਂ। ਨਾਲ ਬੈਠੀ ਕੁੜੀ ਬੋਲੀ ਇਹਦੇ ਕਰਕੇ ਹੀ ਜਿੱਤਿਆ ਤੂੰ। ਇਹ ਨਹੀਂ ਅੱਜ ਸਵੇਰੇ ਉਹਦੇ ਕੋਲ ਜਾ ਕੇ ਬਹੁਤ ਮਿਹਨਤ ਕੀਤੀ ਆ ਕਿ ਮੇਰਾ ਭਰਾ ਮਸਾ ਸੁਧਰਨ ਲੱਗਿਆ। ਜੋ ਉਹਨੇ ਤੈਨੂੰ ਦੱਸਿਆ ਉਹ ਉਹਦੀ ਮਾਂ ਨੂੰ ਵੀ ਨਹੀਂ ਪਤਾ, ਬਸ ਸਾਂਭ ਲੈ ਮੇਰੇ ਭਰਾ ਨੂੰ। ਇਹ ਸੁਣ ਕੇ ਮੈਨੂੰ ਸਾਲਾ ਖੁਸ਼ ਤੋਂ ਵੱਧ ਪਿਆਰ ਟਾਈਗਰ ਤੇ ਆਵੇ। ਸਾਲਾ ਜਿਵੇਂ ਦਾ ਵੀ ਆ ਬਾਹਲਾ ਕਰਦਾ ਮੇਰਾ ਸ਼ੋਰ ਜਿਹਾ। ਉਹ ਸਾਲ ਵੀ ਮੇਰਾ ਆਖਰੀ ਹੀ ਸੀ ਕਾਲਜ ਵਿੱਚ। ਅਸੀਂ ਸਾਰੇ ਭੰਗੜੇ ਵਾਲੇ ਇਕੱਠੇ ਹੀ ਕਾਲਜ ਗੇੜਾ ਕੱਢਦੇ ਸੀ। ਉਸ ਦਿਨ ਪਤਾ ਲੱਗਿਆ ਕਿ ਇਕੱਲੇ ਪ੍ਰਧਾਨ ਬਣਨ ਨਾਲੋਂ ਜਦੋਂ ਬੰਦਾ ਕਿਸੇ ਟੀਮ ਨਾਲ ਗੇੜਾ ਮਾਰਦਾ ਤਾਂ ਲੋਕੀ ਡਰਦੇ ਨਹੀਂ, ਸਤਿਕਾਰ ਕਰਦੇ ਆ ਤੇ ਸੋਚਦੇ ਆ ਕਿ ਕਾਸ਼ ਸਾਡੇ ਕੋਲ ਵੀ ਅਜਿਹੇ ਯਾਰ ਹੋਣ। ਫਿਰ ਖੁਸ਼ ਨਾਲ ਸਾਰਾ ਦਿਨ ਮੈਂ ਲੱਗੇ ਰਹਿਣਾ, ਸਾਰੀ ਰਾਤ ਵੀ। ਤੇ ਟਾਈਗਰ ਮੈਨੂੰ ਦੇਖ ਕੇ ਹੱਸਦਾ ਰਹਿੰਦਾ ਵੀ ਬਾਈ ਨੂੰ ਨਵਾਂ ਕੰਮ ਲੱਭ ਗਿਆ। ਫਿਰ ਪਤਾ ਨਹੀਂ ਉਹਨੇ ਮੇਰਾ ਗੀਤਕਾਰ ਸਾਲ 1.5 ਸਾਲ ਬਾਅਦ ਦੁਬਾਰਾ ਜਗਾਇਆ। ਮੈਂ ਉਹਦੇ ਤੇ ਆਪਣੇ ਯਾਰਾਂ ਦੇ ਕਿੱਸਿਆਂ ਤੇ ਗੀਤ ਬਣਾਉਣ ਲੱਗਿਆ, ਜਾਂ ਉਸ ਪੁਰਾਣੇ ਪਿਆਰ ਬਾਰੇ ਜਿਹਦੀ ਯਾਦ ਖੁਸ਼ ਨੂੰ ਦੇਖ ਆਉਂਦੀ ਰਹਿੰਦੀ ਸੀ। ਬਸ ਦਿਨ ਜ਼ਿੰਦਗੀ ਦੇ ਉਹ ਅਜਿਹੇ ਸੀ, ਬਸ ਉਹੀ 6 ਮਹੀਨਿਆਂ ਨੂੰ ਜਵਾਨੀ ਕਹਿਣ ਨੂੰ ਦਿਲ ਕਰਦਾ ਹੈ। ਬਹੁਤ ਖੁੱਲੇ ਸਾਹ ਆ ਰਹੇ ਸੀ। ਖੁਸ਼ ਕਰਕੇ ਹੁਣ ਮੈਂ ਸਾਰੇ ਨਸ਼ੇ ਵੀ ਛੱਡ ਦਿੱਤੇ ਸਨ ਤੇ ਬਣ ਠਣ ਕੇ ਰਹਿਣ ਲੱਗਿਆ ਸੀ, ਕਿਉਂਕਿ ਉਹ ਕਹਿੰਦੀ ਸੀ ਸੋਹਣਾ ਬਣ ਕੇ ਰਿਹਾ ਕਰ ਤੇ ਰੋਜ਼ ਨਹਾਇਆ ਕਰ। ਕਿਉਂਕਿ ਇੱਕ ਇਹ ਵੀ ਗੱਲ ਸੀ ਕਿ ਮੈਂ ਨਹਾਉਣ 'ਚ ਬਾਹਲਾ ਢਿੱਲਾ ਸੀ। ਇਹ ਮੇਰੇ ਘਰਦਿਆਂ ਨੂੰ ਵੀ, ਸਾਰੇ ਯਾਰਾਂ ਦੋਸਤਾਂ ਨੂੰ ਵੀ ਪਤਾ ਸੀ। ਸਾਰੇ ਇਸ ਗੱਲ ਦਾ ਬਹੁਤ ਮਜ਼ਾਕ ਉਡਾਉਂਦੇ ਸੀ। ਪਰ ਉਹਦੇ ਆਉਣ ਤੋਂ ਬਾਅਦ ਜਿਵੇਂ ਜ਼ਿੰਦਗੀ ਹੀ ਸੰਵਰ ਗਈ। ਉਹਨੂੰ ਮੈਂ ਫਿਰ ਕਿਹਾ ਧੰਨਵਾਦ ਨਸ਼ੇ ਛੁਡਾਉਣ ਲਈ। ਉਹਨੇ ਪੁੱਛਿਆ ਤੂੰ ਲੱਗਿਆ ਕਿਵੇਂ ਸੀ? ਮੈਂ ਕਿਹਾ ਆਹੀ ਗੀਤ ਲਿਖਣ ਕਰਕੇ, ਕੁਝ ਕਿਤਾਬਾਂ ਪੜ੍ਹ ਕੇ, ਕੁਝ ਗੀਤ ਸੁਣ ਕੇ। ਉਹਨੇ ਮੇਰੇ ਲਿਖਣ ਦਾ ਢੰਗ ਤਾਂ ਬਦਲਿਆ ਹੀ ਸੀ, ਕਿਤਾਬਾਂ ਵੀ ਬਦਲਾ ਦਿੱਤੀਆਂ। ਅੱਜ ਕੱਲ੍ਹ ਮੈਂ ਰਾਮ ਸਰੂਪ ਅਣਖੀ ਤੇ ਜਸਵੰਤ ਕੰਵਲ ਜੀ ਨੂੰ ਪੜ੍ਹ ਰਿਹਾ ਸੀ ਤੇ ਗਾਣੇ ਸਿਰਫ ਸਰਤਾਜ ਦੇ ਸੁਣ ਸਕਦਾ ਸੀ। ਕਿਸੇ ਹੋਰ ਦੇ ਸੁਣਨ ਦੀ ਮਨਾਹੀ ਸੀ, ਕਿਉਂਕਿ ਉਹਨਾਂ ਮੁਤਾਬਕ ਮੈਂ ਫੇਰ ਲੱਗ ਜਾਣਾ ਸੀ ਨਹੀਂ ਤਾਂ ਨਸ਼ੇ ਤੇ। ਤਾਂ ਮੈਂ ਵੀ ਉਹਨਾਂ ਦੀ ਗੱਲ ਮੰਨ ਕੇ ਉਦਾਂ ਹੀ ਕਰਦਾ ਰਿਹਾ ਜਿਸ ਤਰ੍ਹਾਂ ਉਹਨਾਂ ਦੁਆਰਾ ਹੁਕਮ ਹੁੰਦਾ ਗਿਆ। ਹੁਣ ਪਿਆਰ ਇੰਨਾ ਜ਼ਿਆਦਾ ਗੂੜਾ ਹੋ ਗਿਆ ਸੀ ਕਿ ਕਦੇ ਕੱਲੀ ਨਾਲ ਨਾ ਬਹਿਣ ਵਾਲੀ ਸਾਰਿਆਂ ਸਾਹਮਣੇ ਨਾਲ ਬਹਿਣ ਲੱਗ ਪਈ ਸੀ। ਸ਼ਾਇਦ ਉਸ ਨੂੰ ਮੇਰੇ ਤੇ ਯਕੀਨ ਸੀ। ਕਦੇ ਇਕੱਲੇ ਨਾਲ ਨਾ ਖੜਨ ਵਾਲੀ ਮੈਨੂੰ ਬਹੁਤ ਵਾਰ ਇਕੱਲੀ ਵੀ ਮਿਲੀ, ਪਰ ਹੱਥ ਵੀ ਨਹੀਂ ਲਾਇਆ ਕਦੇ। ਕੁਝ ਉਹ ਕੁੜੀ ਚੰਗੀ ਸੀ ਤੇ ਮੇਰੇ ਮਨ 'ਚ ਮਾਂ ਦੇ ਉਹ ਬੋਲ ਅੱਜ ਵੀ ਗੂੰਜਦੇ ਸਨ ਕਿ ਜੋ ਬੀਜੇਂਗਾ ਵੱਢਣਾ ਪਊ, ਤੇਰੇ ਘਰ ਵੀ ਭੈਣ ਹੈ। ਸੋ ਇਸ ਗੱਲ ਨੇ ਕਦੇ ਹੱਥ ਫੜਨ ਤੱਕ ਦੀ ਇਜਾਜ਼ਤ ਨਾ ਦਿੱਤੀ। ਫਿਰ ਪਿਆਰ 'ਚ ਉਸ ਨੂੰ ਮੇਰੇ ਤੇ ਯਕੀਨ ਵੀ ਪੂਰਾ ਹੋਣ ਲੱਗਿਆ। ਹੁਣ ਅਸੀਂ ਇੱਕ ਦੂਸਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀ।
ਪਰ ਇਸ ਗੱਲ ਤੋਂ ਡਰਦੇ ਸੀ ਕਿਉਂਕਿ ਉਸਦੇ ਡੈਡੀ ਨੇ ਨਹੀਂ ਸੀ ਮੰਨਣਾ ਮੇਰਾ ਰਿਸ਼ਤਾ। ਜੇਬਾਂ ਦੇ ਬਹੁਤ ਫਰਕ ਸੀ। ਉਸਦੇ ਬਾਪੂ ਦੀਆਂ ਕਈ ਫੈਕਟਰੀਆਂ ਸੀ ਤੇ ਮੇਰੇ ਬਾਪੂ ਨੂੰ ਕੰਮ ਕੀਤੇ ਨੂੰ ਸਾਲ ਵੀ 4 ਹੋ ਚੱਲੇ ਸੀ। ਸਾਡੇ ਘਰ ਸਵੇਰ ਦੀ ਖਾ ਕੇ ਇਹ ਸੋਚਿਆ ਜਾਂਦਾ ਸੀ ਕਿ ਰਾਤ ਦੀ ਕਿੱਦਾਂ ਖਾਈ ਜਾਵੇ। ਪਰ ਇੱਕ ਹੱਲ ਸੀ, ਜੇ ਮੈਂ ਪੜ੍ਹ ਲਿਖ ਕੇ ਨੰਬਰ ਵਧੀਆ ਨਾਲ ਪਾਸ ਹੋ ਜਾਣਾ ਤਾਂ ਉਹਨਾਂ ਨੂੰ ਆਸ ਹੋ ਜਾਂਦੀ ਕਿ ਇਹ ਕੱਲ੍ਹ ਨੂੰ ਕੋਈ ਵੱਡਾ ਸਰਕਾਰੀ ਪੇਪਰ ਕੱਢ ਸਕਦਾ ਹੈ ਤੇ ਇਹਨਾਂ ਦੀ ਕੁੜੀ ਨੂੰ ਖੁਸ਼ ਰੱਖੂੰ। ਮੈਂ ਇਹੀ ਸੋਚਦਾ ਕਿ ਗ੍ਰੈਜੂਏਸ਼ਨ 'ਚੋਂ ਨੰਬਰ ਹੀ ਲੈ ਕੇ ਆਉਣੇ ਪੈਣੇ ਆ ਜ਼ਿਆਦਾ, ਤਾਂ ਹੀ ਵਿਆਹ ਦਾ ਕੁਝ ਹੋ ਸਕਦਾ। ਬਾਕੀ ਮੈਂ ਆਪਣੇ ਘਰੇ ਖੁੱਲ੍ਹਾ ਸੀ, ਮਾਂ ਨੂੰ ਦੱਸ ਦਿੱਤਾ ਸੀ ਕਿ ਕੁੜੀ ਹੈ ਇੱਕ, ਮੈਥ ਦੀ MSc ਕਰ ਰਹੀ ਆ, ਚੰਗੀ ਆ, ਵੱਡੇ ਘਰ ਦੀ ਆ, ਮੈਨੂੰ ਕਾਫੀ ਸੰਭਾਲ ਲੈਂਦੀ ਆ, ਮੈਂ ਉਹਦੇ ਨਾਲ ਹੀ ਵਿਆਹ ਕਰਾਂ। ਮਾਂ ਨੇ ਕਿਹਾ ਠੀਕ ਹੈ, ਬਸ ਤੂੰ ਪੜ੍ਹ ਲਿਖ ਲੈ, ਬਾਕੀ ਜਿਵੇਂ ਤੇਰਾ ਮਨ ਫਿਰ ਉਸ ਤਰ੍ਹਾਂ ਕਰੀਂ। ਮੈਂ ਖੁਸ਼ ਸੀ। ਹੁਣ ਮੈਂ ਪੜ੍ਹਾਈ ਬਹੁਤ ਕਰਨ ਲੱਗ ਪਿਆ ਸੀ। ਇਸ ਵਾਰ ਪੇਪਰ ਆਏ ਤਾਂ ਮੈਂ ਜਾਨ ਲਾਈ ਆਪਣੇ ਆਖਰੀ ਪੇਪਰਾਂ 'ਚ, ਤੇ ਪੇਪਰਾਂ ਤੋਂ ਬਾਅਦ ਵਿਹਲਾ ਹੋ ਕੇ ਆਰਾਮ ਨਾਲ ਸਾਰੀ ਰਾਤ ਫਿਰ ਉਸ ਨਾਲ ਗੱਲਾਂ ਕੀਤੀਆਂ। ਬਸ ਹੁਣ ਰਿਜ਼ਲਟ ਦੀ ਉਡੀਕ ਸੀ। ਉਸ ਵਿੱਚ ਹੀ ਅਸੀਂ 1-2 ਵਾਰ ਘਰੋਂ ਚੋਰੀ ਮਿਲੇ। ਸੱਚੀ ਇੱਕ ਦੂਜੇ ਨੂੰ ਦੇਖ ਕੇ ਹੀ ਕੁਝ ਹੁੰਦਾ ਰਹਿੰਦਾ ਸੀ। ਦਿਲ ਕਰਦਾ ਸੀ ਹੁਣ ਚੱਕ ਕੇ ਘਰ ਲਿਜਾ ਕੇ ਮਾਂ ਨੂੰ ਕਹਾਂ, ਦੇਖ ਮੈਂ ਤੇਰੇ ਲਈ ਕਿੰਨੀ ਸੋਹਣੀ ਨੂੰਹ ਲੈ ਕੇ ਆਇਆ। ਖੁਸ਼ੀ ਨੂੰ ਮੈਂ ਪੁੱਤ ਕਿਹਾ ਕਰਦਾ ਸੀ, ਉਹ ਮੈਨੂੰ ਪੁੱਤ ਕਹਿੰਦੀ ਸੀ। ਬਸ ਸਾਰਾ ਦਿਨ ਫੋਨ ਤੇ ਪੁੱਤ ਹੀ ਹੁੰਦੀ ਸੀ। ਇੰਨੇ ਨੂੰ ਸਾਡਾ 2-4 ਮਹੀਨਿਆਂ ਬਾਅਦ ਰਿਜ਼ਲਟ ਆ ਗਿਆ। ਮੈਂ ਯੂਨੀਵਰਸਿਟੀ 'ਚੋਂ 15ਵੇਂ ਨੰਬਰ ਤੇ ਸੀ। ਇਹ ਦੇਖ ਕੇ ਕਾਲਜ ਦੇ ਵੀ ਸਭ ਦੋਸਤਾਂ ਦੇ ਵੀ, ਮਾਂ ਪਿਓ ਦੇ ਵੀ ਸੀਨੇ ਚੌੜੇ ਹੋ ਗਏ। ਸਭ ਤੋਂ ਜ਼ਿਆਦਾ ਖੁਸ਼ੀ ਨੂੰ ਸੀ ਕਿ ਹੁਣ ਉਹ ਘਰੇ ਗੱਲ ਕਰ ਸਕਦੀ ਹੈ। ਉਹਨੇ ਹੌਸਲਾ ਜਿਹਾ ਕਰਦੀ ਨੇ ਆਪਣੀ ਮਾਂ ਨੂੰ ਦੱਸ ਦਿੱਤਾ ਮੇਰੇ ਬਾਰੇ, ਤੇ ਉਹਦੇ ਪਿਓ ਨੂੰ ਉਸਦੀ ਮਾਂ ਨੇ, ਕਿ ਖੁਸ਼ ਉਸ ਮੁੰਡੇ ਨੂੰ ਪਸੰਦ ਕਰਦੀ ਹੈ ਤੇ ਮੁੰਡਾ ਪੜ੍ਹਨ 'ਚ ਵੀ ਚੰਗਾ ਹੈ, ਬਸ ਜਲਦੀ ਹੀ ਕੋਈ ਮਾਸਟਰ ਦੀ ਡਿਗਰੀ ਵੀ ਕਰ ਲੂੰ ਤੇ ਕੋਈ ਸਰਕਾਰੀ ਪੇਪਰ ਵੀ ਕਲੀਅਰ ਕਰ ਲੂੰ। ਉਸਦੀ ਮਾਂ ਖੁਸ਼ ਹੋਈ, ਬਹੁਤ ਖੁੱਲ੍ਹੇ ਸੁਭਾਅ ਦੀ ਸੀ। ਡਰ ਸੀ ਤਾਂ ਬਸ ਹੁਣ ਉਹਦੇ ਬਾਪ ਦਾ, ਕਿਉਂਕਿ ਉਸਦੀ ਵੱਡੀ ਭੈਣ ਨੇ ਵੀ ਭੱਜ ਕੇ ਵਿਆਹ ਕਰਾ ਲਿਆ ਸੀ ਤੇ ਹੁਣ ਉਹਦੇ ਸਹੁਰੇ ਬਹੁਤ ਦੁਖੀ ਕਰਦੇ ਸੀ। ਉਸਦੇ ਪਿਓ ਨੂੰ ਲਵ ਮੈਰਿਜ ਨਾਲ ਕੋਈ ਗੁੱਸਾ ਨਹੀਂ ਸੀ, ਜੇ ਗੁੱਸਾ ਸੀ ਤਾਂ ਇਸ ਕਰਕੇ ਕਿ ਉਸਦੀ ਕੁੜੀ ਨੂੰ ਉਸਦੀ ਮਰਜ਼ੀ ਦਾ ਜਵਾਈ ਖੁਸ਼ ਨਹੀਂ ਸੀ ਰੱਖ ਰਿਹਾ। ਬਸ ਫੇਰ ਕੀ ਸੀ, ਖੁਸ਼ੀ ਲਈ ਮੈਂ ਜੇ ਇੰਨਾ ਕੁਝ ਬਦਲਿਆ ਸੀ ਤਾਂ ਇਸ ਵਾਰ ਉਹ ਵੀ ਅੜੀ ਹੋਈ ਸੀ ਮਾਂ ਦੇ ਅੱਗੇ ਕਿ ਜੇ ਕਰਾਏਗੀ ਤਾਂ ਇਸ ਮੁੰਡੇ ਨਾਲ ਹੀ ਵਿਆਹ, ਨਹੀਂ ਤਾਂ ਕੁਆਰੀ ਹੀ ਬੈਠੀ ਰਹੇਗੀ। ਉਸਦੀ ਮਾਂ ਇਹ ਸਭ ਦੇਖ ਸੁਣ ਕੇ ਬਹੁਤ ਡਰੀ ਵੀ ਹੋਈ ਸੀ ਤੇ ਘਬਰਾਈ ਵੀ। ਕੀ ਬਣੂ ਜਦ ਇਹਦੇ ਪਿਓ ਨੂੰ ਪਤਾ ਲੱਗੂ ਕਿ ਇਹ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਬਸ ਫੇਰ ਕੀ ਸੀ, ਇੱਕ ਦਿਨ ਉਹਨੇ ਆਪਣੇ ਆਪ ਹੀ ਹੌਸਲਾ ਕਰ ਲਿਆ। ਇੱਕ ਦਿਨ ਸਾਰੇ ਇਕੱਠੇ ਬੈਠੇ ਰਾਤ ਦੀ ਰੋਟੀ ਖਾ ਰਹੇ ਸੀ ਕਿ ਖੁਸ਼ੀ ਨੇ ਆਪ ਹੀ ਗੱਲ ਛੇੜ ਲਈ ਤੇ ਕਹਿੰਦੀ, ਡੈਡੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਉਸਦੇ ਡੈਡੀ ਨੇ ਕਿਹਾ, ਹਾਂਜੀ ਪੁੱਤ ਦੱਸੋ। ਪਿਆਰ ਬਹੁਤ ਕਰਦਾ ਸੀ ਉਸਦਾ ਡੈਡੀ ਉਹਨੂੰ। ਖੁਸ਼ੀ ਨੇ ਕਿਹਾ, ਜੀ ਮੈਂ ਮੰਮੀ ਨੂੰ ਸਾਰੀ ਗੱਲ ਦੱਸ ਦਿੱਤੀ ਹੈ, ਇਹ ਤੁਹਾਨੂੰ ਰਾਤੀ ਦੱਸ ਦੇਣਗੇ। ਉਸਦੇ ਪਿਤਾ ਨੇ ਸਮਝਿਆ ਸ਼ਾਇਦ ਕੋਈ ਨਵਾਂ ਮੋਬਾਈਲ ਲੈਣਾ ਹੋ ਤਾਂ ਇਹ ਆਪ ਨਹੀਂ ਮੰਗਣਾ ਚਾਹੁੰਦੀ, ਮਾਂ ਤੋਂ ਫਰਮਾਇਸ਼ ਲਵਾ ਰਹੀ ਹੈ। ਉਸਨੇ ਗੱਲ ਨੂੰ ਆਇਆ ਗਿਆ ਕਰ ਦਿੱਤਾ ਤੇ ਕਿਹਾ, ਜੇ ਕੁਝ ਹੋਇਆ ਰਾਤੀ ਉਸਦੀ ਮਾਂ ਆਪ ਹੀ ਕਰ ਲੂੰ। ਪਰ ਕਾਹਨੂੰ, ਮਾਂ ਦਾ ਤਾਂ BP ਡਾਊਨ ਹੋਇਆ ਪਿਆ ਸੀ ਕਿ ਕੈਸੀਆਂ ਜੰਮੀਆਂ ਨੇ ਮੁਸੀਬਤਾਂ, ਪੜ੍ਹਨ ਲਿਖਣ 'ਚ ਵੀ ਵਧੀਆ ਨੇ, ਪਰ ਇਹਨਾਂ ਨੂੰ ਆਪ ਮੁੰਡੇ ਪਸੰਦ ਕਰਨ ਦਾ ਰਿਵਾਜ ਪਤਾ ਨਹੀਂ ਕਿਹਨਾਂ ਨੇ ਸਿਖਾ ਦਿੱਤਾ ਹੈ। ਚਲੋ ਜੋ ਵੀ ਸੀ, ਜਦ ਰਾਤੀ ਉਸਦੇ ਡੈਡੀ ਮੰਮੀ ਬੈੱਡ ਤੇ ਪਏ ਸੀ ਤਾਂ ਉਸਦੇ ਡੈਡੀ ਨੂੰ ਅਚਾਨਕ ਯਾਦ ਆਇਆ ਕਿ ਅੱਜ ਖੁਸ਼ੀ ਦੀ ਮਾਂ ਨੇ ਕੁਝ ਦੱਸਣਾ ਸੀ ਜੋ ਖੁਸ਼ੀ ਨੂੰ ਚਾਹੀਦਾ ਹੈ, ਤੇ ਉਹਨੇ ਉਹਦੀ ਮਾਂ ਨੂੰ ਉਠਾ ਕੇ ਪੁੱਛਿਆ ਕਿ ਹੁਣ ਆਪਣੀ ਧੀ ਨੂੰ ਕੀ ਚਾਹੀਦਾ ਹੈ, ਤਾਂ ਮਾਂ ਦੇ ਮੂੰਹੋਂ ਨਿਕਲ ਗਿਆ ਪਿਆਰ। ਉਸਦਾ ਪਿਓ ਕੁਝ ਸਮਝ ਨਹੀਂ ਸਕਿਆ ਤੇ ਦੁਬਾਰਾ ਪੁੱਛਿਆ, ਕਾਹਦਾ ਪਿਆਰ, ਕਿਸ ਚੀਜ਼ ਦਾ ਪਿਆਰ? ਤਾਂ ਉਸਦੀ ਮਾਂ ਨੇ ਦੱਸਿਆ ਕਿ ਇੱਕ ਮੁੰਡੇ ਦਾ ਪਿਆਰ ਉਮਰ ਭਰ ਲਈ। ਉਸਦਾ ਪਿਓ ਤਾਂ ਲਾਲ ਹੋ ਗਿਆ ਕਿ ਹੁਣ ਇਹ ਵੀ ਕੋਈ ਨਵਾਂ ਚੰਨ ਚਾੜੇਗੀ। ਪਰ ਫਿਰ ਉਸਦੀ ਮਾਂ ਨੇ ਹੌਸਲਾ ਕਰਕੇ ਸਮਝਾਇਆ ਕਿ ਇਕੱਠੇ ਕਾਲਜ ਪੜ੍ਹਦੇ ਨੇ, ਮੁੰਡਾ ਚੰਗਾ ਹੈ ਪੜ੍ਹਾਈ 'ਚ ਵੀ ਤੇ ਸੁਭਾਅ ਦਾ ਵੀ ਮਿਹਨਤੀ ਹੈ, ਬਹੁਤ ਸੀਰੀਅਸ ਹੈ ਜ਼ਿੰਦਗੀ ਪ੍ਰਤੀ। ਜਾਂ ਉਹ ਸਾਰਾ ਕੁਝ ਜੋ ਖੁਸ਼ੀ ਨੇ ਆਪਣੀ ਮਾਂ ਨੂੰ ਦੱਸਿਆ ਸੀ ਉਹ ਸਾਰਾ ਉਸਨੇ ਉਸਦੇ ਡੈਡੀ ਨੂੰ ਹੂ-ਬ-ਹੂ ਦੱਸ ਦਿੱਤਾ। ਤੇ ਫਿਰ ਉਸਦੇ ਪਿਓ ਨੂੰ ਕੁਝ ਹੌਸਲਾ ਹੋਇਆ ਤੇ ਉਹਨੇ ਮਨ 'ਚ ਸੋਚਿਆ ਕਿ ਜੇ ਇਹਨੇ ਭੱਜ ਕੇ ਕਰਾ ਲਿਆ ਤਾਂ ਬਹੁਤ ਬਦਨਾਮੀ ਹੋਊ, ਇਸ ਲਈ ਮੰਨ ਹੀ ਲੈਣਾ ਠੀਕ ਹੈ। ਵੈਸੇ ਵੀ ਅੱਜ ਕੱਲ੍ਹ ਸਾਰੇ ਹੀ ਬੱਚੇ ਮਰਜ਼ੀ ਨਾਲ ਹੀ ਕਰਾਉਂਦੇ ਨੇ। ਤਾਂ ਉਸਦੇ ਪਿਓ ਨੇ ਵੀ ਕਿਹਾ, ਮੈਂ ਮੁੰਡੇ ਦੇ ਘਰਦਿਆਂ ਨਾਲ ਮਿਲ ਕੇ ਗੱਲ ਕਰਨੀ ਚਾਹੁੰਦਾ। ਤਾਂ ਇਹ ਗੱਲ ਸੁਣ ਕੇ ਉਸਦੇ ਮਾਂ ਦੇ ਮਨ ਨੂੰ ਕੁਝ ਧਰਵਾਸ ਆਇਆ ਤੇ ਉਸਨੇ ਸਵੇਰੇ ਹੀ ਖੁਸ਼ੀ ਨੂੰ ਇਹ ਖੁਸ਼ਖਬਰੀ ਸੁਣਾਈ। ਖੁਸ਼ੀ ਨੇ ਉਸ ਟਾਈਮ ਮੈਨੂੰ ਦੱਸਿਆ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਤੇ ਮੈਂ ਆਪਣੀ ਮਾਂ ਨੂੰ ਦੱਸ ਦਿੱਤਾ ਫੋਨ ਤੇ ਕਿ ਉਸ ਕੁੜੀ ਦੇ ਘਰ ਦੇ ਆ ਰਹੇ ਨੇ। ਉਸਦੇ ਪਿਓ ਨੂੰ ਆਪਣੇ ਹਾਲਾਤਾਂ ਤੇ ਕੋਈ ਇਤਰਾਜ਼ ਨਹੀਂ, ਬਸ ਉਹ ਆਪਾਂ ਨੂੰ ਮਿਲਣਾ ਚਾਹੁੰਦੇ ਨੇ। ਤਾਂ ਮਾਂ ਵੀ ਬਹੁਤ ਖੁਸ਼ ਹੋਈ ਕਿ ਸ਼ੁਕਰ ਹੈ ਘਰ ਵਿੱਚ ਖੁਸ਼ੀਆਂ ਆਉਣਗੀਆਂ। ਹੁਣ ਫਿਰ ਮਿੱਥੇ ਦਿਨ ਉਸਦਾ ਡੈਡੀ ਸਾਡੇ ਘਰ ਵੱਲ ਨੂੰ ਗੱਡੀ ਲੈ ਕੇ ਆਉਣ ਲੱਗ ਪਿਆ। ਅਸੀਂ ਘਰੇ ਬਹੁਤ ਤਿਆਰੀ ਕੀਤੀ ਹੋਈ ਸੀ, ਸਾਰੇ ਬਹੁਤ ਖੁਸ਼ ਸੀ। ਪਰ ਜਦ ਉਸਦਾ ਡੈਡੀ ਸਾਡੇ ਮੋੜ ਤੋਂ ਘਰ ਆਉਣ ਲੱਗਿਆ ਤਾਂ ਉਸਨੇ ਇੱਕ ਬੰਦੇ ਤੋਂ ਸਾਡੇ ਘਰ ਦਾ ਰਸਤਾ ਪੁੱਛਿਆ ਤਾਂ ਉਹ ਬਹੁਤ ਹੈਰਾਨ ਹੋਇਆ ਕਿ ਇਹ ਗੱਡੀ ਵਾਲੇ ਸਾਡੇ ਘਰ ਕੀ ਕਰਨ ਚੱਲੇ ਹਨ। ਜਦ ਉਸਨੂੰ ਪਤਾ ਲੱਗਿਆ ਕਿ ਮੇਰਾ ਰਿਸ਼ਤਾ ਹੋਣ ਲੱਗਾ ਹੈ ਤਾਂ ਉਸ ਬੰਦੇ ਨੇ ਕਿਹਾ, ਛੱਡੋ ਜਨਾਬ, ਆਪਣੀ ਧੀ ਨੂੰ ਉਸ ਤੋਂ ਵਧੀਆ ਨਾ ਹੀ ਵਿਆਹੋ, ਕਿਉਂ ਤਸਕਰਾਂ ਦੇ ਮੁੰਡੇ ਨਾਲ ਵਿਆਹਣਾ ਹੈ। ਉਸਦੇ ਡੈਡੀ ਨੇ ਹੈਰਾਨ ਹੋ ਕੇ ਕਿਹਾ, ਤਸਕਰ? ਤਾਂ ਉਸ ਬੰਦੇ ਨੇ ਕਿਹਾ, ਹਾਂ ਤਸਕਰ, ਜਿਹਦਾ ਮਤਲਬ ਨਸ਼ਾ ਵੇਚਣ ਵਾਲਾ ਹੁੰਦਾ ਹੈ। ਇਹੀ ਤਾਂ ਕਰਦਾ ਹੈ ਇਸ ਮੁੰਡੇ ਦਾ ਪਿਓ, ਕਦੇ ਭੁੱਕੀ ਵੇਚਦਾ ਹੈ ਕਦੇ ਦਾਰੂ। ਇਹ ਸੁਣ ਕੇ ਖੁਸ਼ੀ ਦੇ ਡੈਡੀ ਗੱਡੀ 'ਚ ਬੈਠੇ ਤੇ ਗੱਡੀ ਵਾਪਸ ਲੈ ਗਏ। ਅਸੀਂ ਬਹੁਤ ਦੇਰ ਉਡੀਕ ਕਰਦੇ ਰਹੇ ਤਾਂ ਜਦ ਮੈਂ ਸ਼ਾਮ ਨੂੰ ਫੋਨ ਲਾਇਆ ਤਾਂ ਪੁੱਛਿਆ,
ਹਾਂ ਪੁੱਤ ਕਿੱਥੇ ਰਹਿ ਗਏ। ਉਸਨੇ ਕਿਹਾ, ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ। ਤੂੰ ਕਦੀ ਨਹੀਂ ਦੱਸਿਆ ਕਿ ਤੂੰ ਇੱਕ ਤਸਕਰ ਦਾ ਮੁੰਡਾ ਹੈ। ਜਿਹੋ ਜਿਹਾ ਪਿਓ ਉਹੋ ਜਿਹਾ ਮੁੰਡਾ। ਮੇਰਾ ਸਰੀਰ ਸੁੰਨ ਪਿਆ ਤੇ ਮਾਂ ਦੀ ਬਾਪੂ ਨੂੰ ਬਹੁਤ ਪਹਿਲਾਂ ਕਹੀ ਉਹ ਆਵਾਜ਼ ਸੁਣਾਈ ਦਿੱਤੀ, ਜੋ ਬੀਜਿਆ ਉਹ ਵੱਢਣਾ ਪੈਣਾ।